ਇਟ ਇਜ਼ ਫਰੋਮ these comrades, ਇਹ ਉਹਨਾਂ ਸਾਥੀਆਂ ਤੋਂ ਹੀ ਹੈ, in the struggle that I learned the meaning of courage, ਜੋ ਸੰਘਰਸ਼ ਵਿੱਚ ਸਨ, ਜਿਨ੍ਹਾਂ ਨੇ ਸੰਘਰਸ਼ ਕੀਤਾ, ਕਿ ਜਿਨ੍ਹਾਂ ਤੋਂ ਮੈਂ ਮੀਨਿੰਗ ਸਿੱਖਿਆ, ਬਹਾਦਰੀ ਦਾ ਮੀਨਿੰਗ ਸਿੱਖਿਆ। ਟਾਈਮ ਐਂਡ ਅਗੇਨ, ਵਾਰ-ਵਾਰ, ਆਈ ਹੈਵ ਸੀਨ men and women, ਮੈਂ ਦੇਖਿਆ ਹੈ ਆਦਮੀਆਂ ਅਤੇ ਔਰਤਾਂ ਨੂੰ, ਰਿਸਕ ਐਂਡ ਗਿਵ ਦੇਅਰ ਲਾਈਵਸ, ਰਿਸਕ ਵਿੱਚ ਪਾਉਂਦਿਆਂ ਨੂੰ, ਆਪਣਾ ਜੀਵਨ ਰਿਸਕ ਵਿੱਚ ਪਾਉਂਦਿਆਂ ਨੂੰ, ਆਪਣਾ ਜੀਵਨ ਬਲਿਦਾਨ ਕਰਦਿਆਂ ਨੂੰ, ਫॉर ਐਨ ਆਈਡੀਆ, ਇੱਕ ਵਿਚਾਰ ਦੇ ਲਈ। ਆਈ ਹੈਵ ਸੀਨ ਮੈਨ ਸਟੈਂਡ ਅਪ, ਮੈਂ ਦੇਖਿਆ ਹੈ ਆਦਮੀਆਂ ਨੂੰ ਖੜ੍ਹਦੇ ਹੋਏ, ਸਾਹਮਣਾ ਕਰਦੇ ਹੋਏ, ਟੂ ਅਟੈਕਸ ਐਂਡ ਟਾਰਚਰ, ਹਮਲਿਆਂ ਦਾ ਅਤੇ ਟਾਰਚਰ ਦਾ ਸਾਹਮਣਾ ਕਰਦੇ ਹੋਏ, ਵਿਦਆਊਟ ਬ੍ਰੇਕਿੰਗ, ਬਿਨਾਂ ਟੁੱਟੇ, ਬਿਨਾਂ ਕਿਸੇ ਝੁਕੇ, ਸ਼ੋਇੰਗ ਏ ਸਟਰੈਂਥ, ਇੱਕ ਸਟਰੈਂਥ ਦਿਖਾਉਂਦੇ ਹੋਏ, ਤਾਕਤ ਦਿਖਾਉਂਦੇ ਹੋਏ, ਐਂਡ resilience, ਇੱਕ ਏਬਿਲਿਟੀ ਦਿਖਾਉਂਦੇ ਹੋਏ, ਯੋਗਤਾ ਦਿਖਾਉਂਦੇ ਹੋਏ, that defies the imagination, ਜੋ ਕਿ ਇਹ ਪਰੇ ਹੈ, ਕਲਪਨਾ ਤੋਂ ਵੀ ਪਰੇ ਹੈ। I learned that courage was not the absence of fear, ਮੈਂ ਸਿੱਖਿਆ ਕਿ ਇਹ ਜੋ ਬਹਾਦਰੀ ਸੀ, ਇਹ ਕੋਈ ਡਰ ਦੀ ਐਬਸੈਂਸ ਨਹੀਂ ਸੀ, ਬਟ ਦਾ ਟ੍ਰਾਇੰਫ ਓਵਰ ਇਟ, ਪਰ ਇਹ ਕੀ ਸੀ, ਇੱਕ ਡਰ ਉੱਤੇ ਜਿੱਤ ਪ੍ਰਾਪਤ ਕਰਨ ਵਾਲੀ ਬਹਾਦਰੀ ਸੀ। The brave man is not he who does not feel afraid, ਬਹਾਦਰ ਆਦਮੀ ਉਹ ਨਹੀਂ ਹੁੰਦਾ ਜੋ ਡਰ ਮਹਿਸੂਸ ਨਹੀਂ ਕਰਦਾ, but he who conquers that fear, ਪਰ ਉਹ ਹੁੰਦਾ ਹੈ ਜੋ ਡਰ ਉੱਪਰ ਕਾਬੂ ਪਾਉਂਦਾ ਹੈ। No one is born hating another person because of the color of his skin, ਕੋਈ ਵੀ ਪਰਸਨ ਕੀ ਹੈ, ਕਿਸੇ ਦੇ ਨਾਲ ਨਫ਼ਰਤ ਕਰਨ ਦੇ ਲਈ ਪੈਦਾ ਨਹੀਂ ਹੋਇਆ, ਉਸ ਦੇ ਸਕਿਨ ਦੇ ਕਲਰ ਦੇ ਕਰਕੇ, ਔਰ ਹਿਜ਼ ਬੈਕਗਰਾਉਂਡ, ਜਾਂ ਉਸ ਦੇ ਪਿਛੋਕੜ ਕਰਕੇ, ਔਰ ਹਿਜ਼ ਰਿਲੀਜਨ, ਜਾਂ ਉਸ ਦੇ ਧਰਮ ਕਰਕੇ। ਪੀਪਲ ਮਸਟ ਲਰਨ ਟੂ ਹੇਟ, ਲੋਕ ਸਿੱਖਦੇ ਹਨ ਨਫ਼ਰਤ ਕਰਨਾ, ਐਂਡ ਇਫ ਦੇ ਕੈਨ ਲਰਨ ਟੂ ਹੇਟ ਦੇ ਕੈਨ ਬੀ ਟਾਟ ਟੂ ਲਵ, ਅਤੇ ਜੇਕਰ ਉਹਨਾਂ ਨੂੰ ਨਫ਼ਰਤ ਕਰਨਾ ਸਿਖਾਇਆ ਜਾ ਸਕਦਾ ਹੈ, ਉਹਨਾਂ ਨੂੰ ਪਿਆਰ ਕਰਨਾ ਵੀ ਸਿਖਾਇਆ ਜਾ ਸਕਦਾ ਹੈ। ਫॉर ਲਵ ਕਮਸ ਮੋਰ ਨੈਚੁਰਲੀ, ਕਿਉਂਕਿ ਜੋ ਪਿਆਰ ਹੈ ਉਹ ਬਹੁਤ ਕੁਦਰਤੀ ਤਰੀਕੇ ਨਾਲ ਹੀ ਆ ਜਾਂਦਾ ਹੈ, ਟੂ ਦਾ ਹਿਊਮਨ ਹਾਰਟ, ਮਨੁੱਖੀ ਦਿਲ ਵਿੱਚ। ਦੈਨ ਇਟਸ ਆਪੋਜ਼ਿਟ, ਨਫ਼ਰਤ ਦੇ ਨਾਲੋਂ, ਕਿਉਂਕਿ ਨਫ਼ਰਤ ਨੈਚੁਰਲੀ ਤਰੀਕੇ ਨਾਲ ਦਿਲ ਦੇ ਵਿੱਚ ਨਹੀਂ ਆਉਂਦੀ, ਤੇ ਪਿਆਰ ਕੁਦਰਤੀ ਤਰੀਕੇ ਨਾਲ ਹੀ ਆ ਜਾਂਦਾ ਹੈ। ਈਵਨ ਇਨ ਦਾ ਗ੍ਰਿਮੈਸਟ ਟਾਈਮਸ ਇਨ ਪ੍ਰਿਜ਼ਨ, ਇੱਥੋਂ ਤੱਕ ਕਿ ਬੁਰੇ ਤੋਂ ਬੁਰੇ ਸਮੇਂ ਵਿੱਚ, ਜਦ ਮੈਂ ਜੇਲ੍ਹ ਵਿੱਚ ਸੀ, ਵੈਨ ਮਾਈ ਕਾਮਰੇਡਸ ਐਂਡ ਆਈ ਵਰ ਪੁਸ਼ਡ ਟੂ ਆਰ ਲਿਮਟਸ, ਜਦੋਂ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਸਾਡੀ ਹੱਦ ਤੱਕ ਪੁਸ਼ ਕੀਤਾ ਗਿਆ, ਸਾਨੂੰ ਟਾਰਚਰ ਕੀਤਾ ਗਿਆ, ਆਈ ਵੁੱਡ ਸੀ ਅ ਗਲਿਮਰ ਆਫ ਹਿਊਮੈਨਿਟੀ, ਤਾਂ ਮੈਂ ਦੇਖੀ, ਇੱਕ ਗਲਿਮਰ ਦੇਖੀ, ਝਲਕ ਵੇਖੀ ਮਨੁੱਖਤਾ ਦੀ, ਇਨ ਵਨ ਆਫ ਦਾ ਗਾਰਡਸ ਦੇ ਵਿੱਚੋਂ ਇੱਕ ਵਿਅਕਤੀ ਦੇ ਵਿੱਚ ਮੈਂ ਮਨੁੱਖੀ ਝਲਕ ਵੇਖੀ। ਪਰਹੈਪਸ ਜਸਟ ਫॉर ਅ ਸੈਕਿੰਡ, ਸ਼ਾਇਦ ਇਹ ਇੱਕ ਪਲ ਦੇ ਲਈ ਹੀ ਸੀ, ਬਟ ਇਟ ਵਾਜ਼ ਇਨਫ ਟੂ ਰਿਜ਼ਿਊਮ ਮੀ, ਪਰ ਇਹ ਕਾਫੀ ਸੀ ਮੈਨੂੰ ਰਿਜ਼ਿਊਮ ਕਰਨ ਦੇ ਲਈ, ਐਂਡ ਕੀਪ ਮੀ ਗੋਇੰਗ, ਅਤੇ ਮੈਨੂੰ ਅੱਗੇ ਵਧਣ ਦੇ ਲਈ, ਹੌਸਲਾ ਦੇਣ ਦੇ ਲਈ ਇਹ ਇੱਕ ਝਲਕ ਹੀ ਕਾਫੀ ਸੀ। ਮੈਨਸ ਗੁੱਡਨੈਸ ਇਜ਼ ਅ ਫਲੇਮ, ਜੋ ਆਦਮੀ ਦੀ ਗੁੱਡਨੈਸ ਹੁੰਦੀ ਹੈ ਨਾ, ਇਹ ਇੱਕ ਫਲੇਮ ਦੀ ਤਰ੍ਹਾਂ ਹੁੰਦੀ ਹੈ, ਇੱਕ ਅੱਗ ਦੀ ਲਾਟ ਦੀ ਤਰ੍ਹਾਂ ਹੁੰਦੀ ਹੈ। that can be hidden but never extinguished, ਜਿਸ ਨੂੰ ਛੁਪਾਇਆ ਤਾਂ ਜਾ ਸਕਦਾ ਹੈ ਪਰ ਬੁਝਾਇਆ ਨਹੀਂ ਜਾ ਸਕਦਾ। in life every man has twin obligation, ਜੀਵਨ ਵਿੱਚ ਹਰੇਕ ਆਦਮੀ ਦੇ ਦੋ ਕਰਤੱਵ ਹੁੰਦੇ ਹਨ। obligation to his family, ਆਪਣੇ ਪਰਿਵਾਰ ਦੇ ਪ੍ਰਤੀ ਕਰਤੱਵ, to his parents, ਆਪਣੇ ਮਾਤਾ ਪਿਤਾ ਦੇ ਪ੍ਰਤੀ ਕਰਤੱਵ, to his wife and children, ਆਪਣੀ ਪਤਨੀ ਅਤੇ ਬੱਚਿਆਂ ਦੇ ਪ੍ਰਤੀ ਕਰਤੱਵ, and he has an obligation to his people, ਅਤੇ ਉਸ ਦਾ ਇੱਕ ਕਰਤੱਵ ਹੁੰਦਾ ਹੈ ਆਪਣੇ ਲੋਕਾਂ ਦੇ ਪ੍ਰਤੀ, his community, ਆਪਣੇ ਸਮਾਜ ਦੇ ਪ੍ਰਤੀ, his country, ਆਪਣੇ ਦੇਸ਼ ਦੇ ਪ੍ਰਤੀ। in a civil and humane, ਇੱਕ ਸੱਭਿਅਕ ਅਤੇ ਮਨੁੱਖੀ ਸੋਸਾਇਟੀ ਵਿੱਚ, each man is able to fulfill those obligation, ਹਰੇਕ ਆਦਮੀ ਕੀ ਹੈ, ਯੋਗ ਹੈ ਇਹਨਾਂ ਕਰਤੱਵਾਂ ਨੂੰ ਪੂਰਾ ਕਰਨ ਦੇ, according to his own inclination, ਆਪਣੀ ਟੈਂਡੈਂਸੀ ਦੇ ਅਨੁਸਾਰ, ਐਂਡ ਐਬਿਲਿਟੀਜ਼, ਅਤੇ ਆਪਣੀਆਂ ਯੋਗਤਾਵਾਂ ਦੇ ਅਨੁਸਾਰ ਹਰ ਕੋਈ ਵਿਅਕਤੀ ਕੀ ਹੈ, ਯੋਗ ਹੈ ਆਪਣੇ ਇਹਨਾਂ ਕਰਤੱਵਾਂ ਨੂੰ ਪੂਰਾ ਕਰਨ ਦੇ। ਬਟ ਇਨ ਅ ਕੰਟਰੀ ਲਾਈਕ ਸਾਊਥ ਅਫਰੀਕਾ, ਪਰ ਇੱਕ ਦੇਸ਼ ਜਿਵੇਂ ਕਿ ਸਾਊਥ ਅਫਰੀਕਾ, ਇਟ ਵਾਜ਼ ਆਲਮੋਸਟ ਇੰਪੋਸੀਬਲ ਫॉर ਅ ਮੈਨ ਆਫ ਮਾਈ ਬਰਥ, ਇਹ ਲਗਭਗ ਅਸੰਭਵ ਸੀ
ਇੱਕ ਆਦਮੀ ਦੇ ਲਈ, ਆਫ ਮਾਈ ਬਰਥ ਮੇਰੇ ਜਨਮ ਦੇ ਆਦਮੀ ਦੇ ਲਈ, ਐਂਡ ਕਲਰ ਅਤੇ ਮੇਰੇ ਰੰਗ ਵਾਲੇ ਆਦਮੀ ਦੇ ਲਈ, ਟੂ ਫੁਲਫਿਲ ਬੋਥ ਆਫ ਦੋਜ਼ ਓਬਲੀਗੇਸ਼ਨ, ਇਹਨਾਂ ਦੋਵੇਂ ਓਬਲੀਗੇਸ਼ਨਸ ਨੂੰ ਪੂਰਾ ਕਰਨਾ। ਇਨ ਸਾਊਥ ਅਫਰੀਕਾ ਏ ਮੈਨ ਆਫ ਕਲਰ, ਸਾਊਥ ਅਫਰੀਕਾ ਦੇ ਵਿੱਚ ਏ ਮੈਨ ਆਫ ਕਲਰ ਹੂ ਅਟੈਂਪਟਡ ਟੂ ਲਿਵ ਐਜ਼ ਏ ਹਿਊਮਨ, ਜਿਸਨੇ ਵੀ ਕੋਸ਼ਿਸ਼ ਕੀਤੀ ਜਿਉਣ ਦੀ, ਇੱਕ ਹਿਊਮਨ ਦੀ ਤਰ੍ਹਾਂ ਜਿਉਣ ਦੀ ਕੋਸ਼ਿਸ਼ ਕੀਤੀ, ਵਾਜ਼ ਪਨਿਸ਼ਡ ਐਂਡ ਆਈਸੋਲੇਟਡ, ਉਸਨੂੰ ਕੀ ਹੈ ਸਜ਼ਾ ਦਿੱਤੀ ਗਈ ਅਤੇ ਅਲੱਗ ਥਲੱਗ ਕਰ ਦਿੱਤਾ ਗਿਆ। ਇਨ ਸਾਊਥ ਅਫਰੀਕਾ ਏ ਮੈਨ ਹੂ ਟਰਾਈ ਟੂ ਫੁਲਫਿਲ ਹਿਜ਼ ਡਿਊਟੀ ਟੂ ਹਿਜ਼ ਪੀਪਲ, ਇੱਕ ਆਦਮੀ ਨੇ ਸਾਊਥ ਅਫਰੀਕਾ ਵਿੱਚ ਜਿਸਨੇ ਕੋਸ਼ਿਸ਼ ਕੀਤੀ ਆਪਣਾ ਕਰਤੱਵ ਨਿਭਾਉਣ ਦੀ ਆਪਣੇ ਲੋਕਾਂ ਦੇ ਪ੍ਰਤੀ, ਵਾਜ਼ ਇਨਐਵਿਟੇਬਲੀ ਰਿਪਡ ਫਰੋਮ ਹਿਜ਼ ਫੈਮਿਲੀ, ਉਸਨੂੰ ਕੀ ਹੈ ਰਿਪਡ ਕਰ ਦਿੱਤਾ ਗਿਆ, ਅਲੱਗ ਕਰ ਦਿੱਤਾ ਗਿਆ ਉਸਦੇ ਪਰਿਵਾਰ ਤੋਂ, ਐਂਡ ਹਿਜ਼ ਹੋਮ ਉਸਦੇ ਘਰ ਤੋਂ, ਐਂਡ ਵਾਜ਼ ਫੋਰਸਡ ਟੂ ਲਿਵ ਅ ਲਾਈਫ ਅਪਾਰਟ, ਅਤੇ ਉਸਨੂੰ ਕੀ ਹੈ ਮਜਬੂਰ ਕਰ ਦਿੱਤਾ ਗਿਆ ਇੱਕ ਜੀਵਨ ਜਿਉਣ ਦੇ ਲਈ, ਅਪਾਰਟ ਅਲੱਗ ਜੀਵਨ ਜਿਉਣ ਦੇ ਲਈ, ਆ ਟੂ ਲਾਈਟ ਐਗਜ਼ਿਸਟੈਂਸ ਆਫ ਸੋਸਾਇਟੀ, ਉਸਨੂੰ ਜੀਵਨ ਜਿਉਣਾ ਪੈਂਦਾ ਸੀ ਇੱਕ ਸੀਕ੍ਰੇਸੀ ਦਾ, ਸੀਕ੍ਰੇਸੀ ਐਂਡ ਰਿਬੀਲੀਅੰਸ, ਅਤੇ ਇੱਕ ਵਿਦਰੋਹੀ ਦਾ, ਇੱਕ ਵਿਦਰੋਹੀਆਂ ਵਾਂਗ, ਕਿਉਂਕਿ ਉਸਨੂੰ ਇੱਕ ਵਿਦਰੋਹੀ ਘੋਸ਼ਿਤ ਕਰ ਦਿੱਤਾ ਜਾਂਦਾ ਕਿ ਇਹ ਵਿਅਕਤੀ ਕੀ ਹੈ ਕਾਨੂੰਨ ਦਾ ਵਿਦਰੋਹੀ ਹੈ, ਕਾਨੂੰਨ ਦੀ ਪਾਲਣਾ ਨਹੀਂ ਕਰਦਾ, ਅਤੇ ਉਸਨੂੰ ਇੱਕ ਕੀ ਹੈ ਸੀਕ੍ਰੇਸੀ ਦਾ ਜੀਵਨ ਜਿਉਣਾ ਪੈਂਦਾ। I did not in the beginning choose to place my people above my family, ਸ਼ੁਰੂਆਤ ਦੇ ਵਿੱਚ ਮੈਂ ਆਪਣੇ ਲੋਕਾਂ ਨੂੰ ਅਵੱਬ ਨਹੀਂ ਰੱਖਿਆ, ਆਪਣੇ ਪਰਿਵਾਰ ਤੋਂ ਉੱਪਰ ਨਹੀਂ ਰੱਖਿਆ, ਕਿਉਂਕਿ ਆਪਣੇ ਸਮਾਜ ਨੂੰ ਮੈਂ ਉਸ ਸਮੇਂ ਕੀ ਹੈ ਆਪਣੇ ਪਰਿਵਾਰ ਤੋਂ ਉੱਪਰ ਨਹੀਂ ਸਮਝਦਾ ਸੀ। ਬਟ ਇਨ ਅਟੈਂਪਟਿੰਗ ਟੂ ਸਰਵ ਮਾਈ ਪੀਪਲ, ਪਰ ਜਦ ਮੈਂ ਕੋਸ਼ਿਸ਼ ਕੀਤੀ ਆਪਣੇ ਲੋਕਾਂ ਦੀ ਸੇਵਾ ਕਰਨ ਦੀ, ਆਈ ਫਾਊਂਡ ਦੈਟ ਆਈ ਵਾਜ਼ ਪ੍ਰੀਵੈਂਟਡ, ਮੈਂ ਕੀ ਦੇਖਿਆ ਕਿ ਮੈਨੂੰ ਰੋਕ ਦਿੱਤਾ ਗਿਆ, ਫਰੋਮ ਫੁਲਫਿਲਿੰਗ ਮਾਈ ਓਬਲੀਗੇਸ਼ਨਸ, ਆਪਣੇ ਕਰਤੱਵ ਪੂਰੇ ਕਰਨ ਤੋਂ ਮੈਨੂੰ ਰੋਕ ਦਿੱਤਾ ਗਿਆ, ਐਜ਼ ਅ ਸਨ, ਐਜ਼ ਅ ਬ੍ਰਦਰ, ਇੱਕ ਪੁੱਤਰ ਦੇ ਤੌਰ ਤੇ, ਇੱਕ ਭਰਾ ਦੇ ਤੌਰ ਤੇ, ਏ ਫਾਦਰ ਐਂਡ ਅ ਹਸਬੈਂਡ, ਇੱਕ ਪਿਤਾ ਦੇ ਤੌਰ ਤੇ ਅਤੇ ਇੱਕ ਪਤੀ ਦੇ ਤੌਰ ਤੇ ਮੈਨੂੰ ਆਪਣੇ ਕਰਤੱਵ ਪੂਰੇ ਕਰਨ ਤੋਂ ਰੋਕ ਦਿੱਤਾ ਗਿਆ। ਕਿਉਂਕਿ ਉਹ ਜੋ ਵਾਈਟ ਲੋਕ ਸਨ ਨਾ, ਉਹ ਕੀ ਕਰਦੇ ਸੀ, ਜੋ ਵਿਅਕਤੀ ਵੀ ਆਪਣੇ ਲੋਕਾਂ ਦੇ ਪ੍ਰਤੀ ਆਵਾਜ਼ ਉਠਾਉਂਦਾ ਉਸ ਨੂੰ ਕੀ ਕਰ ਦਿੰਦੇ, ਉਹ ਸਮਾਜ ਤੋਂ ਅਲੱਗ ਕਰ ਦਿੰਦੇ, ਉਸ ਨੂੰ ਬੰਦੀ ਬਣਾ ਲਿਆ ਜਾਂਦਾ, ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਹੀ ਕੀ ਹੈ, ਇਹੀ ਗੱਲ ਨੈਲਸਨ ਮੰਡੇਲਾ ਕਹਿ ਰਹੇ ਹਨ ਕਿ ਉਸ ਨੂੰ ਉਸਦੇ ਪਰਿਵਾਰ ਤੋਂ ਅਲੱਗ ਕਰ ਦਿੱਤਾ ਗਿਆ, ਭਾਵ ਉਸ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਇੱਕ ਗੁਮਨਾਮੀ ਦਾ ਜੀਵਨ ਜਿਉਣਾ ਪਿਆ, ਕਿਉਂਕਿ ਉਹ ਸਮਾਜ ਬਾਰੇ ਗੱਲ ਕਰ ਰਹੇ ਸਨ, ਸਮਾਜ ਦੇ ਭਲੇ ਦੀ ਗੱਲ ਕਰ ਰਹੇ ਸਨ। I was not born with a hunger to be free, ਮੈਂ ਜਨਮ ਤੋਂ ਹੀ ਕੀ ਹੈ ਇੱਕ ਆਜ਼ਾਦ ਹੋਣ ਦੀ ਮੇਰੇ ਵਿੱਚ ਜਨਮ ਤੋਂ ਹੀ ਕੋਈ ਭੁੱਖ ਨਹੀਂ ਸੀ। I was born free, ਮੈਂ ਫ੍ਰੀ ਇੱਕ ਆਜ਼ਾਦ ਹੀ ਪੈਦਾ ਹੋਇਆ ਸੀ, free in every way, ਹਰ ਇੱਕ ਢੰਗ ਤੋਂ ਆਜ਼ਾਦ ਸੀ ਮੈਂ, that I could know, ਜਿਸ ਚੀਜ਼ ਦਾ ਵੀ ਮੈਨੂੰ ਪਤਾ ਸੀ ਮੈਂ ਹਰ ਇੱਕ ਪਾਸਿਓਂ ਆਜ਼ਾਦ ਹੀ ਸੀ। free to run in the fields near my mother's hut, ਮੈਂ ਆਜ਼ਾਦ ਸੀ ਦੌੜਨ ਦੇ ਆਪਣੀ ਮਦਰ ਦੀ ਹੱਟ ਦੇ ਕੋਲ। free to swim in the clear stream, ਸਾਫ਼ ਨਦੀ ਵਿੱਚ ਤੈਰਨ ਦੇ ਲਈ ਆਜ਼ਾਦ ਸੀ। that ran through my village, ਜਿਹੜੀ ਕੀ ਹੈ ਮੇਰੇ ਪਿੰਡ ਦੇ ਵਿੱਚ ਦੀ ਗੁਜ਼ਰਦੀ ਸੀ। free to roast millets, ਅਤੇ ਮੈਂ ਕੀ ਹੈ ਮੱਕੀ ਭੁੰਨਣ ਦੇ ਲਈ ਆਜ਼ਾਦ ਸੀ। under the stars, ਤਾਰਿਆਂ ਦੀ ਛਾਵੇਂ ਬੈਠ ਕੇ ਮੱਕੀ ਭੁੰਨਣ ਦੇ ਲਈ ਆਜ਼ਾਦ ਸੀ। and ride the broad backs of slow moving bulls, ਅਤੇ ਚੌੜੀਆਂ ਚੌੜੀਆਂ ਬੈਕਸ ਦੇ ਉੱਪਰ ਹੌਲੀ ਹੌਲੀ ਚੱਲਦੇ ਬਲਦਾਂ ਦੀਆਂ ਚੌੜੀਆਂ ਬੈਕਸ ਦੇ ਉੱਪਰ ਰਾਈਡ ਕਰਨ ਦੇ ਲਈ ਮੈਂ ਆਜ਼ਾਦ ਸੀ। as long as I obeyed my father and abided by the customs of my tribe, ਜਦ ਤੱਕ ਮੈਂ ਆਗਿਆ ਮੰਨਦਾ ਰਿਹਾ ਆਪਣੇ ਪਿਤਾ ਦੀ ਅਤੇ ਪਾਲਣਾ ਕਰਦਾ ਰਿਹਾ ਉਹਨਾਂ ਰੀਤੀ ਰਿਵਾਜਾਂ ਦੀ ਜੋ ਕਿ ਮੇਰੇ ਟ੍ਰਾਈਬਸ ਦੇ ਸਨ, ਮੇਰੀ ਜਾਤੀ ਦੇ ਸਨ। I was not troubled by the laws of man or God, ਮੈਨੂੰ ਕੋਈ ਵੀ ਟਰਬਲ ਨਹੀਂ ਹੋਈ, ਮੈਨੂੰ ਕੋਈ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ ਕਾਨੂੰਨਾਂ ਦੁਆਰਾ, ਆਦਮੀਆਂ ਦੇ ਕਾਨੂੰਨਾਂ ਦੁਆਰਾ ਅਤੇ ਗੋਡ ਦੇ ਕਾਨੂੰਨਾਂ ਦੁਆਰਾ। It was only when I began to learn that my boyhood freedom was an illusion, ਇਹ ਸ਼ੁਰੂ ਕਦੋਂ ਹੋਈ, ਜੋ ਮੁਸੀਬਤਾਂ ਸੀ ਮੇਰੇ ਲਈ ਕਦੋਂ ਸ਼ੁਰੂ ਹੋਈਆਂ, ਜਦੋਂ ਮੈਂ ਇਹ ਜਾਣਨਾ ਸ਼ੁਰੂ ਕਰ ਦਿੱਤਾ ਕਿ ਜੋ ਮੇਰਾ
ਬॉयਹੁੱਡ ਦੀ ਫਰੀडम ਸੀ ਨਾ, ਉਹ ਕੀ ਸੀ, ਸਿਰਫ ਇੱਕ ਭੁਲੇਖਾ ਹੀ ਸੀ। ਵੈਨ ਆਈ ਡਿਸਕਵਰਡ ਐਜ਼ ਅ ਯੰਗ ਮੈਨ, ਜਦੋਂ ਮੈਨੂੰ ਪਤਾ ਲੱਗਿਆ ਐਜ਼ ਅ ਯੰਗ ਮੈਨ that my freedom had already been taken from me, ਕਿ ਮੇਰੀ ਆਜ਼ਾਦੀ ਸੀ ਜੋ ਪਹਿਲਾਂ ਹੀ ਮੇਰੇ ਤੋਂ ਲੈ ਲਈ ਗਈ ਸੀ। that I began to hunger for it, ਫਿਰ ਕੀ ਹੈ, ਮੈਂ ਇਸ ਦੇ ਲਈ ਇੱਕ ਭੁੱਖ ਸਟਾਰਟ ਹੋ ਗਈ ਮੇਰੇ ਵਿੱਚ, ਉਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੀ ਭੁੱਖ ਸਟਾਰਟ ਹੋ ਗਈ। at first as a student, ਸ਼ੁਰੂਆਤ ਵਿੱਚ ਇੱਕ ਸਟੂਡੈਂਟ ਦੇ ਤੌਰ ਤੇ I wanted freedom only for myself, ਮੈਂ ਆਜ਼ਾਦੀ ਚਾਹੁੰਦਾ ਸੀ। ਜਦ ਮੈਂ ਸਟੂਡੈਂਟ ਸੀ ਨਾ, ਉਸ ਸਮੇਂ ਮੈਨੂੰ ਆਜ਼ਾਦੀ ਦੀ ਲੋੜ ਸੀ। ਮੈਂ ਸੋਚ ਰਿਹਾ ਸੀ ਕਿਸ ਤਰ੍ਹਾਂ ਦੀ ਆਜ਼ਾਦੀ ਚਾਹੁੰਦਾ ਸੀ ਮੈਂ, ਆਪਣੇ ਲਈ, ਫॉर ਮਾਈਸੈਲਫ। ਦਾ ਟ੍ਰਾਂਜ਼ਿਟਰੀ ਫਰੀडम्स, ਕਿਸ ਤਰ੍ਹਾਂ ਦੀ ਇੱਕ ਟੈਂਪਰੇਰੀ ਫਰੀडम ਮੈਂ ਚਾਹੁੰਦਾ ਸੀ ਜਦ ਮੈਂ ਇੱਕ ਸਟੂਡੈਂਟ ਸੀ। ਆਫ ਬੀਇੰਗ ਏਬਲ ਟੂ ਸਟੇ ਆਊਟ ਐਟ ਨਾਈਟ, ਤਾਂ ਕਿ ਮੈਂ ਘਰ ਤੋਂ ਬਾਹਰ, ਰਾਤ ਸਮੇਂ ਘਰ ਤੋਂ ਬਾਹਰ ਰਹਿ ਸਕਾਂ। ਰੀਡ ਵਟ ਆਈ ਪਲੀਜ਼ਡ ਐਂਡ ਗੋ ਵੇਅਰ ਆਈ ਚੂਜ਼, ਮੈਂ ਪੜ੍ਹ ਸਕਾਂ ਜੋ ਵੀ ਮੈਨੂੰ ਚੰਗਾ ਲੱਗਦਾ ਸੀ ਅਤੇ ਮੈਂ ਜਾ ਸਕਾਂ ਜਿੱਥੇ ਵੀ ਮੈਨੂੰ ਚੰਗਾ ਲੱਗੇ। ਲੇਟਰ, ਬਾਅਦ ਵਿੱਚ, ਐਜ਼ ਅ ਯੰਗ ਮੈਨ ਇਨ ਜੋਹਾਨਸਬਰਗ, ਅਤੇ ਜਦੋਂ ਮੈਂ ਜਵਾਨ ਹੋ ਗਿਆ ਸੀ, ਜੋਹਾਨਸਬਰਗ ਦੇ ਵਿੱਚ ਸੀ। ਆਈ ਅਰਨ ਫॉर ਦਾ ਬੇਸਿਕ ਐਂਡ ਆਨਰੇਬਲ ਫਰੀडम्स, ਅਤੇ ਮੇਰੀ ਇੱਛਾ ਜਾਗੀ ਇੱਕ ਆਧਾਰਿਕ, ਇੱਕ ਸਨਮਾਨ ਵਾਲੀ ਫਰੀडम्स ਦੇ ਲਈ। ਆਫ ਅਚੀਵਿੰਗ ਮਾਈ ਪੋਟੈਂਸ਼ੀਅਲ, ਕਿ ਮੈਂ ਆਪਣੀ ਸ਼ਮਤਾ ਪ੍ਰਾਪਤ ਕਰਾਂ, ਆਪਣੇ ਵਿੱਚ ਕੋਈ ਕੁਸ਼ਲਤਾ ਪੈਦਾ ਕਰਾਂ। ਆਫ ਅਰਨਿੰਗ ਮਾਈ ਕੀਪ, ਤਾਂ ਕਿ ਮੈਂ ਕਮਾਈ ਕਰ ਸਕਾਂ। ਇਸ ਤਰ੍ਹਾਂ ਦੀ ਮੈਂ ਆਜ਼ਾਦੀ ਚਾਹੁੰਦਾ ਸੀ, ਆਪਣੇ ਵਿੱਚ ਪੋਟੈਂਸ਼ੀਅਲ ਪੈਦਾ ਕਰਨ ਦੀ, ਤਾਂ ਕਿ ਮੈਂ ਯੋਗ ਹੋ ਸਕਾਂ ਕੁਝ ਕਮਾਉਣ ਦੇ। ਆਫ ਮੈਰਿੰਗ ਐਂਡ ਹੈਵਿੰਗ ਅ ਫੈਮਿਲੀ, ਮੈਂ ਵਿਆਹ ਕਰਵਾਵਾਂ, ਇੱਕ ਪਰਿਵਾਰ ਹੋਵੇ ਮੇਰਾ। ਦ ਫਰੀडम ਨਾਟ ਟੂ ਬੀ ਅਬਸਟਰਕਟਡ ਇਨ ਅ ਲਾਫੁਲ ਲਾਈਫ, ਅਤੇ ਆਜ਼ਾਦੀ ਹੈ ਜੋ ਉਸ ਉੱਤੇ ਕੋਈ ਰੁਕਾਵਟਾਂ ਨਹੀਂ ਲਗਾਈਆਂ ਜਾਂਦੀਆਂ ਹੁੰਦੀਆਂ ਇੱਕ ਲਾਫੁਲ ਲਾਈਫ ਦੇ ਵਿੱਚ। ਪਰ ਇੱਥੇ ਕਿਸ ਤਰ੍ਹਾਂ ਦਾ ਜੀਵਨ ਸੀ ਅਫਰੀਕਾ ਦੇ ਵਿੱਚ, ਹਰ ਇੱਕ ਦੀ ਜੋ ਬਲੈਕ ਸੀ ਉਸ ਦੀ ਆਜ਼ਾਦੀ ਤੇ ਰੁਕਾਵਟਾਂ ਲਗਾਈਆਂ ਜਾਂਦੀਆਂ ਸੀ। ਬਟ ਦੈਨ ਆਈ ਸਲੋਲੀ ਸੌ ਦੈਟ ਨਾਟ ਓਨਲੀ ਵਾਜ਼ ਆਈ, ਪਰ ਫਿਰ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਕਿ ਕੇਵਲ ਮੈਂ ਹੀ ਨਹੀਂ, ਨਾਟ ਫ੍ਰੀ, ਨਾਟ ਓਨਲੀ ਆਈ ਨਾਟ ਫ੍ਰੀ, ਕਿ ਕੇਵਲ ਮੈਂ ਹੀ ਆਜ਼ਾਦ ਨਹੀਂ ਸੀ, ਬਟ ਮਾਈ ਬ੍ਰਦਰਸ ਐਂਡ ਸਿਸਟਰ ਵਰ ਨਾਟ ਫ੍ਰੀ, ਮੇਰੇ ਭੈਣ ਅਤੇ ਭਰਾ, ਜੋ ਹੋਰ ਭੈਣ ਭਰਾ ਸਨ, ਉਹ ਵੀ ਆਜ਼ਾਦ ਨਹੀਂ ਸਨ। ਮੇਰੇ ਸਮਾਜ ਦੇ ਲੋਕ, ਜੋ ਬਲੈਕ ਲੋਕ ਸਨ, ਭਾਵ ਉਹ ਵੀ ਆਜ਼ਾਦ ਨਹੀਂ ਸਨ। I saw that it was not just my freedom that was curtailed, ਮੈਂ ਦੇਖਿਆ ਕਿ ਇਹ ਕੇਵਲ ਮੇਰੀ ਆਜ਼ਾਦੀ ਨਹੀਂ ਸੀ ਜਿਸ ਨੂੰ ਕੱਟ ਦਿੱਤਾ ਗਿਆ ਸੀ, ਘੱਟ ਕਰ ਦਿੱਤੀ ਗਈ ਸੀ, but the freedom of everyone who looked like I did, ਅਤੇ ਇਹ ਆਜ਼ਾਦੀ ਕੀ ਸੀ, ਹਰ ਇੱਕ ਦੀ ਆਜ਼ਾਦੀ ਹੀ ਸੀ ਜੋ ਮੇਰੇ ਵਾਂਗ ਲੱਗਦਾ ਸੀ ਨਾ, ਉਹ ਹਰ ਇੱਕ ਦੀ ਆਜ਼ਾਦੀ ਨੂੰ ਹੀ ਕੱਟ ਦਿੱਤਾ ਗਿਆ ਸੀ। That is when I joined the African National Congress, ਅਤੇ ਫਿਰ ਕੀ ਸੀ ਇਹ, ਕਿ ਜਦੋਂ ਮੈਂ ਕੀ ਜੁਆਇਨ ਕਰ ਲਈ, ਅਫਰੀਕਨ ਨੈਸ਼ਨਲ ਕਾਂਗਰਸ ਜੁਆਇਨ ਕਰ ਲਈ। ਐਂਡ ਦੈਟ ਇਜ਼ ਵੈਨ ਦਾ ਹੰਗਰ ਫॉर ਮਾਈ ਓਨ ਫਰੀडम ਬਿਕੇਮ ਦਾ ਗ੍ਰੇਟਰ ਹੰਗਰ ਫॉर ਦਾ ਫਰੀडम ਆਫ ਮਾਈ ਪੀਪਲ, ਅਤੇ ਜੋ ਮੇਰੀ ਆਜ਼ਾਦੀ ਸੀ ਉਹ ਕੀ ਬਣ ਗਈ, ਇੱਕ ਗ੍ਰੇਟਰ ਫਰੀडम ਬਣ ਗਈ ਮੇਰੇ ਆਪਣੇ ਲੋਕਾਂ ਦੇ ਲਈ। ਇਟ ਵਾਜ਼ ਦਿਸ ਡਿਜ਼ਾਇਰ, ਇਹ ਇੱਛਾ ਸੀ, ਫॉर ਦਾ ਫਰੀडम ਆਫ ਮਾਈ ਪੀਪਲ, ਇਹ ਕੀ ਹੈ, ਇੱਛਾ ਸੀ ਮੇਰੇ ਲੋਕਾਂ ਦੀ ਆਜ਼ਾਦੀ ਦੇ ਲਈ। ਟੂ ਲਿਵ देयर ਲਾਈਵਸ ਵਿਦ ਡਿਗਨਿਟੀ, ਕਿ ਉਹ ਕੀ ਹੈ, ਆਪਣੀ ਜੀਵਨ ਕਿਸ ਤਰ੍ਹਾਂ ਜਿਉਣ, ਸ਼ਾਨ ਨਾਲ ਆਪਣਾ ਜੀਵਨ ਜਿਉਣ। ਐਂਡ ਸੈਲਫ ਰਿਸਪੈਕਟ, ਅਤੇ ਸੈਲਫ ਰਿਸਪੈਕਟ ਨਾਲ ਆਪਣਾ ਜੀਵਨ ਜਿਉਣ। ਦੈਟ ਐਨੀਮੇਟਡ ਮਾਈ ਲਾਈਫ, ਜਿਸ ਨੇ ਕੀ ਹੈ, ਮੇਰੇ ਜੀਵਨ ਨੂੰ ਜੀਵਤ ਜਿਹਾ ਕਰ ਦਿੱਤਾ। ਦੈਟ ਟਰਾਂਸਫਾਰਮਡ ਏ ਫਰਾਈਟਨਡ ਯੰਗ ਮੈਨ ਇਨਟੂ ਏ ਬੋਲਡ ਵਨ, ਜਿਸ ਨੇ ਕੀ ਹੈ, ਇਸ ਇੱਛਾ ਨੇ ਕੀ ਕੀਤਾ, ਇੱਕ ਫਰਾਈਟਨਡ, ਇੱਕ ਡਰੂ ਜਿਹੇ ਯੰਗ ਮੈਨ ਨੂੰ, ਇੱਕ ਡਰਨ ਵਾਲੇ ਯੰਗ ਮੈਨ ਨੂੰ ਕੀ ਕਰ ਦਿੱਤਾ, ਇੱਕ ਨਿਡਰ ਵਿਅਕਤੀ ਬਣਾ ਦਿੱਤਾ। ਆਪਣੇ ਬਾਰੇ ਕਹਿ ਰਹੇ ਹਨ ਨੈਲਸਨ ਮੰਡੇਲਾ। ਦੈਟ ਡਰਾਵ ਏ ਲਾਅ ਅਬੀਡਿੰਗ ਅਟਾਰਨੀ ਟੂ ਬਿਕਮ ਅ ਕ੍ਰਿਮੀਨਲ, ਇੱਕ ਕਿਸ ਗੱਲ ਵੱਲ ਧੱਕ ਦਿੱਤਾ ਇਹਨਾਂ ਨੂੰ, ਇੱਕ ਕਾਨੂੰਨ ਦੇ ਪ੍ਰਤੀਨਿਧ ਵਰਗੇ ਵਿਅਕਤੀ ਨੂੰ, ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਨੂੰ ਇੱਕ ਕ੍ਰਿਮੀਨਲ ਬਣਾ ਦਿੱਤਾ। that turned a family loving husband into a man without a home, ਅਤੇ ਇੱਕ ਪਰਿਵਾਰ ਨੂੰ ਪਿਆਰ ਕਰਨ ਵਾਲੇ ਵਿਅਕਤੀ ਨੂੰ, ਫੈਮਿਲੀ ਲਵਿੰਗ ਹਸਬੈਂਡ, ਆਪਣੇ ਕੀ ਹੈ, ਪਰਿਵਾਰ ਨੂੰ ਪਿਆਰ ਕਰਨ ਵਾਲੇ ਪਤੀ ਨੂੰ ਕਿਸ ਚੀਜ਼ ਵਿੱਚ ਬਦਲ ਦਿੱਤਾ, ਇੱਕ ਬੇਘਰੇ ਵਿਅਕਤੀ ਵਿੱਚ ਬਦਲ ਦਿੱਤਾ। ਕਿਉਂਕਿ ਨੈਲਸਨ ਮੰਡੇਲਾ ਨੂੰ ਕੀ ਹੈ, ਆਪਣਾ ਘਰ ਛੱਡਣਾ ਪਿਆ,
ਕਿਉਂਕਿ ਇਹ ਜੋ ਵਾਈਟ ਲੋਕ ਸਨ ਨਾ, ਉਹ ਕੀ ਹੈ, ਇਹਨਾਂ ਦੇ ਪਿੱਛੇ ਲੱਗ ਗਏ ਕਿਉਂਕਿ ਇਹ ਇੱਕ ਆਪਣੇ ਸਮਾਜ ਲਈ ਆਜ਼ਾਦੀ ਚਾਹੁੰਦੇ ਸਨ, ਅਤੇ ਜੋ ਵਾਈਟ ਲੋਕ ਸਨ ਉਹ ਆਜ਼ਾਦੀ ਨਹੀਂ ਦੇਣਾ ਚਾਹੁੰਦੇ ਸਨ। that forced a life loving man to live like a monk, ਇੱਕ ਆਜ਼ਾਦੀ ਨੂੰ, ਆਪਣੇ ਜੀਵਨ ਨੂੰ ਪਿਆਰ ਕਰਨ ਵਾਲੇ ਵਿਅਕਤੀ ਨੂੰ ਇੱਕ ਮੌਂਕ ਬਣਾ ਦਿੱਤਾ, ਇੱਕ ਸੰਤ ਬਣਾ ਦਿੱਤਾ। I am no more virtuous or self sacrificing, ਮੈਂ ਕੀ ਹੈ, ਹੋਰ ਸਦਾਚਾਰੀ ਨਹੀਂ ਰਿਹਾ ਸੀ, ਹੋਰ ਮੈਂ ਸੈਲਫ ਸੈਕਰੀਫਾਈਸਿੰਗ ਨਹੀਂ ਰਿਹਾ ਸੀ ਦੈਨ ਦਾ ਨੈਕਸਟ ਮੈਨ, ਇੱਕ ਆਮ ਆਦਮੀ ਨਾਲੋਂ ਮੈਂ ਜ਼ਿਆਦਾ ਸਦਾਚਾਰੀ ਹੁਣ ਨਹੀਂ ਰਿਹਾ ਸੀ। ਬਟ ਆਈ ਫਾਊਂਡ ਦੈਟ ਆਈ ਕੁਡ ਨਾਟ ਈਵਨ ਇੰਜੋਏ ਦ ਪੂਅਰ ਐਂਡ ਲਿਮਟਡ ਫਰੀਡਮਸ, ਪਰ ਮੈਂ ਕੀ ਦੇਖਿਆ ਕਿ ਮੈਂ ਥੋੜੀ ਜਿਹੀ ਲਿਮਟਡ ਫਰੀਡਮ ਨੂੰ ਇੰਜੋਏ ਨਹੀਂ ਕਰ ਸਕਦਾ ਸੀ, ਜੋ ਕੀ ਹੈ ਮੈਨੂੰ ਹੀ ਦਿੱਤੀ ਜਾ ਰਹੀ ਸੀ, ਕੋਈ ਥੋੜੀ ਬਹੁਤ ਆਜ਼ਾਦੀ ਨੂੰ ਮੈਂ ਇੰਜੋਏ ਨਹੀਂ ਕਰ ਸਕਦਾ ਸੀ। I was allowed, ਜੋ ਮੈਨੂੰ ਦਿੱਤੀ ਗਈ ਸੀ ਆਜ਼ਾਦੀ। when I knew my people were not free, ਜਦ ਕਿ ਮੈਂ ਜਾਣਦਾ ਸੀ ਕਿ ਮੇਰੇ ਆਪਣੇ ਜੋ ਲੋਕ ਹਨ ਉਹ ਆਜ਼ਾਦ ਨਹੀਂ ਹਨ, ਇਸ ਲਈ ਮੈਂ ਕੋਈ ਥੋੜੀ ਬਹੁਤ ਆਜ਼ਾਦੀ ਵੀ ਨਹੀਂ ਮਾਣ ਸਕਦਾ ਸੀ। freedom is indivisible, ਜੋ freedom ਹੈ indivisible ਹੈ, ਇਸ ਨੂੰ ਵੰਡਿਆ ਨਹੀਂ ਜਾ ਸਕਦਾ। the chains on any one of my people were the chains on all of them, ਜੇਕਰ ਚੇਨਸ ਮੇਰੇ ਕੁਝ ਲੋਕਾਂ ਦੇ ਉੱਪਰ ਵੀ ਜੰਜੀਰਾਂ ਸਨ ਨਾ, ਕੁਝ ਲੋਕ ਵੀ ਜਕੜੇ ਹੋਏ ਸਨ, ਕਿਸੇ ਅਤਿਆਚਾਰਾਂ ਦੇ ਵਿੱਚ ਜਕੜੇ ਹੋਏ ਸਨ, ਤਾਂ ਇਸ ਦਾ ਮਤਲਬ ਕੀ ਹੈ, ਉਹ ਚੇਨਸ ਸਾਰਿਆਂ ਉੱਪਰ ਹੀ ਸਨ। the chains on all of my people were the chains on me, ਤੇ ਜੇਕਰ ਮੇਰੇ ਲੋਕਾਂ ਦੇ ਉੱਪਰ ਕੋਈ ਬੰਦਸ਼ਾਂ ਸਨ, ਜੰਜੀਰਾਂ ਸਨ, ਇਸ ਦਾ ਮਤਲਬ ਕੀ ਹੈ ਕਿ ਮੇਰੇ ਉੱਪਰ ਵੀ ਚੇਨਸ ਸਨ। I knew that the oppressor must be liberated, ਮੈਂ ਜਾਣਦਾ ਸੀ ਕਿ ਜੋ ਦਮਨ ਕਰਨ ਵਾਲਾ ਹੈ, oppressor ਹੈ, ਉਹ ਵੀ ਕੀ ਹੈ, liberated ਹੋਣਾ ਚਾਹੀਦਾ ਹੈ, ਆਜ਼ਾਦ ਹੋਣਾ ਚਾਹੀਦਾ ਹੈ। just as surely as the oppressed, ਉਸੇ ਤਰ੍ਹਾਂ ਹੀ ਜਿਸ ਉੱਤੇ ਕੀ ਹੈ ਇੱਕ oppressed ਕੀਤਾ ਜਾ ਰਿਹਾ, ਦਮਨ ਕੀਤਾ ਜਾ ਰਿਹਾ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਕਿ ਜਿਸ ਉੱਤੇ ਦਮਨ ਕੀਤਾ ਜਾ ਰਿਹਾ ਉਹ ਆਜ਼ਾਦ ਹੋਵੇ, ਤਾਂ ਜੋ ਦਮਨ ਕਰਤਾ ਹੈ ਉਹ ਵੀ ਆਜ਼ਾਦ ਹੀ ਹੋਣਾ ਚਾਹੀਦਾ ਹੈ। A man who takes away another man's freedom, ਇੱਕ ਆਦਮੀ ਜੋ ਕਿਸੇ ਹੋਰ ਵਿਅਕਤੀ ਦੀ ਫਰੀडम ਲੈਂਦਾ ਹੈ, is a prisoner of hatred, ਉਹ ਕੀ ਹੈ, ਇੱਕ ਕੈਦੀ ਹੁੰਦਾ ਹੈ, ਨਫ਼ਰਤ ਦਾ ਕੈਦੀ ਹੁੰਦਾ ਹੈ। He is locked behind the bars of prejudice, ਉਹ ਕੀ ਹੈ, ਪੱਖਪਾਤੀ ਦੇ ਬਾਰਸ ਦੇ ਪਿੱਛੇ ਕੀ ਹੁੰਦਾ ਹੈ, ਲੌਕਡ ਹੁੰਦਾ ਹੈ ਇਸ ਤਰ੍ਹਾਂ ਦਾ ਵਿਅਕਤੀ। ਪੱਖਪਾਤ ਦੀਆਂ ਕੀ ਹੈ, ਇੱਕ ਬਾਰਸ, ਇੱਕ ਅੜਚਨਾ ਦੇ ਪਿੱਛੇ ਕੀ ਹੁੰਦਾ ਹੈ, ਉਹ ਲੌਕ ਹੁੰਦਾ ਹੈ। ਐਂਡ ਨੈਰੋ ਮਾਈਂਡਡਨੈਸ, ਅਤੇ ਤੰਗ ਸੋਚ ਦੇ ਬਾਰਸ ਦੇ ਅੜਚਨਾ ਦੇ ਪਿੱਛੇ ਉਹ ਵਿਅਕਤੀ ਲੌਕ ਹੁੰਦਾ ਹੈ, ਜੋ ਕੀ ਹੈ, ਕਿਸੇ ਦੀ ਆਜ਼ਾਦੀ ਨੂੰ ਲੈਂਦਾ ਹੈ। I am not truly free if I am taking away someone else's freedom, ਮੈਂ ਅਸਲ ਵਿੱਚ ਆਜ਼ਾਦ ਨਹੀਂ ਹਾਂ ਜੇਕਰ ਮੈਂ ਕਿਸੇ ਹੋਰ ਦੀ ਆਜ਼ਾਦੀ ਖੋ ਰਿਹਾ ਹਾਂ, ਲੈ ਰਿਹਾ ਹਾਂ। just as surely as I am not free when my freedom is taken from me, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕੀ ਹੈ, ਜੇਕਰ ਮੇਰੀ ਆਜ਼ਾਦੀ ਲੈ ਲਈ ਜਾਵੇ। the oppressed and the oppressor alike, ਦਮਨ ਕਰਨ ਵਾਲਾ ਅਤੇ ਜਿਸ ਉੱਪਰ ਦਮਨ ਕੀਤਾ ਜਾਂਦਾ ਹੈ, ਦੋਵੇਂ ਇੱਕੋ ਜਿਹੇ ਹੀ ਹੁੰਦੇ ਹਨ। are robbed of their humanity, ਉਹਨਾਂ ਤੋਂ ਕੀ ਹੈ, ਉਹਨਾਂ ਦੀ ਮਾਨਵਤਾ ਦੂਰ ਹੋ ਜਾਂਦੀ ਹੈ। I hope you have understood this chapter, and if you have liked this line by line translation, please subscribe my channel. Thanks.